बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे वीलॉग दे विच मैं तुहानूं एक बहुत ही दिल खराश वाक़या जिहड़ा बहुत बड़ा मरीदके दे विच पेश आया। इहदे विच एक नैला जटी टिकटॉकर सी बहुत बड़ी, ते ओहदियां हरकतां जिन्नियां भी सी सारियां मुंडियां वालियां सी, ते ओह कपड़े भी मुंडियां वाले पा के रखदी सी, ते चाल चलन जिन्ना भी सी सब लड़कियां वाला सी। ते ओह जिहड़ी आ पुलिस वालियां नाल यारी ला लैंदी आ, ते ओह फिर जिहड़ी आ कतल हो जाती है। उन्होंने पुलिस वाले या पता नहीं कौन वल्ला आलम मार जाता। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ, ਤੇ ਚੈਨਲ ਨੂੰ ਵੀ ਨਾਲ ਅੱਗੇ ਟੋਰ ਲਿਆ ਕਰੋ, ਨਾਲ ਸ਼ੇਅਰ ਵੀ ਕਰ ਦਿਆ ਕਰੋ, ਤੇ ਨਾਲ ਸਬਸਕ੍ਰਾਈਬ ਵੀ ਕਰ ਦਿਆ ਕਰੋ, ਬੜੀ ਮਿਹਰਬਾਨੀ। ਤੇ ਇਹ ਵਾਕਿਆ ਜਿਹੜਾ ਮੁਰੀਦ ਕੇ ਸ਼ੇਖਪੁਰੇ ਦੇ ਕੋਲ ਆ, ਉੱਥੇ ਦਾ ਵਾਕਿਆ। ਉੱਥੇ ਦਾ ਇੱਕ ਫੈਮਿਲੀ ਦਾ ਸਰਬਰਾਹ ਹੁੰਦਾ ਜਵੇਦ, ਉਹਦੀ ਬੀਵੀ ਦਾ ਨਾਮ ਹੁੰਦਾ ਅੰਬਰੀਨ। ਇਹਦੀਆਂ 3 ਬੇਟੀਆਂ ਹੁੰਦੀਆਂ, ਜਿਹਦੇ ਵਿੱਚੋਂ ਇੱਕ ਸ਼ਮਾਇਲਾ ਜਿਹੜੀ ਰਾਵਲਪਿੰਡੀ ਦੇ ਵਿੱਚ ਸ਼ਾਦੀ ਹੋ ਕੇ ਚੱਲ ਜਾਂਦੀ, ਉਹਦੇ ਬੱਚੇ ਹੁੰਦੀ, ਉਹ ਆਪਣੀ ਬੜੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ। ਦੂਸਰੀ ਬੇਟੀ ਉਹਦੀ ਸਾਦੀਆ ਜਿਹੜੀ ਬਾਹਰ ਦੇ ਮੁਲਕ ਵਿਆਹੀ ਆ, ਉੱਥੇ ਸੈਟਲ ਆ, ਉਹਦੇ ਬੱਚੇ ਵੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੇ ਨੇ, ਆਪ ਵੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ। ਤੀਸਰੀ ਬੇਟੀ ਇਹਦੀ ਨੈਲਾ ਜੱਟੀ, ਜਿਹਦਾ ਸਹੀ ਨਾਮ ਸਮਾਵੀਆ ਉਰਫ ਨੈਲਾ ਜੱਟੀ। ਨੈਲਾ ਜੱਟੀ ਦੀਆਂ ਜਿੰਨੀਆਂ ਵੀ ਹਰਕਤਾਂ ਸੀ ਸਾਰੀਆਂ ਹੀ ਲੜਕਿਆਂ ਵਾਲੀਆਂ ਸੀ। ਉਹ ਕੱਪੜੇ ਵੀ ਲੜਕਿਆਂ ਵਾਲੇ ਪਾਉਂਦੀ ਸੀ, ਹਰਕਤਾਂ, ਬੈਠਣਾ ਉੱਠਣਾ, ਚਾਲ ਰੰਗ ਢੰਗ ਜੋ ਵੀ ਸੀ ਸਭ ਲੜਕਿਆਂ ਵਾਲਾ ਸੀ। ਤੇ ਜਦੋਂ ਉਹਦੀ ਅੰਮੀ ਜਾਂ ਅੱਬਾ ਕੋਈ ਟਿਊਟ ਕਰਦਾ ਸੀ, ਤੇ ਉਹ ਫਿਰ ਟਿਊਟ ਤੇ ਜਵਾਬ ਤੇ ਵੀ ਕਹਿੰਦੀ ਸੀ, ਅੰਮੀ ਤੁਸੀਂ ਮੈਨੂੰ ਆਪਣਾ ਬੇਟਾ ਹੀ ਕਿਹਾ ਕਰੋ, ਵੀ ਬੇਟਾ ਕੀ ਹਾਲ ਆ, ਬੇਟਾ ਕੀ ਕਰਦੇ ਹੋ, ਬੇਟੀ ਦਾ ਲਫ਼ਜ਼ ਨਾ ਲਿਖਿਆ ਕਰੋ। ਇਸ ਤਰ੍ਹਾਂ ਉਹਦੇ ਵਾਲਿदैन ਵੀ ਫਿਰ ਜਿਸ ਵੇਲੇ ਕੋਈ ਟਿਊਟ ਵਗੈਰਾ ਕਰਦੇ ਸੀ, ਕੋਈ ਮੈਸੇਜ ਕਰਦੇ ਸੀ, ਬੇਟਾ ਹੀ ਪੁਕਾਰਦੇ ਸੀ। ਤੇ ਚੂੰਕਿ ਉਹ ਬੇਟੇ ਵਾਲੀਆਂ ਹਰਕਤਾਂ ਕਰਕੇ ਬੜੀ ਖੁਸ਼ ਹੁੰਦੀ ਸੀ, ਉਹ ਕਹਿੰਦੀ ਸੀ ਮੈਨੂੰ ਬੇਟੀ ਨਾ ਸਮਝੋ, ਮੈਂ ਇੱਕ ਬਹਾਦਰ ਬੇਟਾ ਹਾਂ। ਤੇ ਉਹ ਜਿਹੜੀ ਬੇਟੀ ਨੈਲਾ ਜੱਟੀ ਸੀ, ਉਹਦੀ ਇੱਕ ਯਾਰੀ ਲੱਗ ਜਾਂਦੀ ਆ ਪੁਲਿਸ ਕਾਂਸਟੇਬਲ ਨਾਲ ਵਰਦੀ ਪਾ ਕੇ ਜਿਹੜਾ ਰੱਖਦਾ ਉਹਦੇ ਨਾਲ। ਯਾਰੀ ਵੀ ਨਾ ਕਹਿ ਦੋ ਤੁਸੀਂ ਪਿਆਰ ਮੁਹੱਬਤ, ਉਦੋਂ ਹੀ ਤਲਕਾਤ ਹੋ ਜਾਂਦਾ। ਜਿਹੜਾ ਉੱਥੇ ਮੁਰੀਦ ਕੇ ਥਾਣੇ ਦੇ ਵਿੱਚ ਹੀ ਸਿਪਾਹੀ ਹੁੰਦਾ, ਉਹਦੇ ਨਾਲ ਉਹਦੀ ਦੋਸਤੀ ਹੋ ਜਾਂਦੀ ਆ। ਉਹ ਸਿਪਾਹੀ ਜਿਹੜਾ ਨਾ, ਉਹ ਇਹਨੂੰ ਨੈਲਾ ਜੱਟੀ ਨੂੰ ਇੱਕ ਕਹਿ ਲਓ ਜਸੂਸੀ ਵਾਸਤੇ ਜਿੱਥੇ ਵੀ ਛਾਪਾ ਮਾਰਨਾ ਹੁੰਦਾ ਸੀ, ਰੇਡ ਕਰਨਾ ਹੁੰਦਾ ਸੀ, ਨਾਲ ਲੈ ਜਾਂਦਾ ਸੀ। ਤੇ ਇਹ ਨਾਲ ਜਾਂਦੀ ਹੁੰਦੀ ਸੀ, ਫਿਰ ਉੱਥੇ ਜਸੂਸੀ ਵਗੈਰਾ ਕਰਨੀ, ਜੋ ਵੀ ਕਰਨਾ। ਇਸ ਤਰ੍ਹਾਂ ਉਹ ਇੱਕ ਸਮਝੋ ਕਿ ਉਹਦਾ ਤਾਲੁਕ ਬਣ ਗਿਆ ਪੁਲਿਸ ਵਾਲਿਆਂ ਦੇ ਨਾਲ ਬਹੁਤ ਜ਼ਿਆਦਾ। ਬਸ ਫਿਰ ਪੁਲਿਸ ਵਾਲਿਆਂ ਨੇ ਜਿੱਥੇ ਵੀ ਜਾਣਾ ਇਹਨੂੰ ਨੈਲਾ ਜੱਟੀ ਨੂੰ ਨਾਲ ਲੈ ਕੇ ਜਾਣਾ, ਤੇ ਇਹਦੇ ਹੱਥ 'ਚ ਪਿਸਟਲ ਹੋਣੇ। ਤੇ ਜਦੋਂ ਪੁਲਿਸ ਵਾਲਿਆਂ ਨਾਲ ਯਾਰੀ ਹੋਵੇ, ਫਿਰ ਭਾਵੇਂ ਤੁਸੀਂ ਪੁਲਿਸ ਦੀਆਂ ਵਰਦੀਆਂ ਵੀ ਪਾ ਲਓ ਤੇ ਪਿਸਟਲ ਫੜ ਲਓ, ਜੋ ਮਰਜ਼ੀ ਕਰ ਲਓ। ਤੇ ਇਸੇ ਤਰ੍ਹਾਂ ਇਹਦਾ ਉਹਨਾਂ ਦੇ ਨਾਲ ਬਹਿਣਾ ਉੱਠਣਾ ਬਹੁਤ ਜ਼ਿਆਦਾ ਹੋ ਗਿਆ। ਤੇ ਉਹਦੀ ਅੰਮੀ ਕਹਿਣ ਲੱਗੀ ਕਿ ਬੇਟਾ ਪੁਲਿਸ ਦੀ ਯਾਰੀ ਤੇ ਦੁਸ਼ਮਣੀ ਦੋਨੋਂ ਬੁਰੀਆਂ ਨੇ, ਤੂੰ ਛੱਡ ਦੇ, ਕੰਮ ਠੀਕ ਨਹੀਂ ਹੈਗਾ। ਨੈਲਾ ਜਿਹੜੀ ਸੀ ਉਹ ਬੜੀ ਖੁਸ਼ ਸੀ। ਉਹ ਕਹਿੰਦੀ ਸੀ ਅੰਮੀ ਤੇਰੀ ਬੱਚੀ ਕੋਲੋਂ, ਬੱਚੀ ਨਹੀਂ ਬਲਕਿ ਤੇਰੇ ਬੇਟੇ ਕੋਲੋਂ ਸਾਰੀ ਦੁਨੀਆ ਡਰਦੀ ਆ। ਉਹਦਾ ਰੋਬ ਦਬਦਬਾ, ਜਿਸ ਵੇਲੇ ਉਹ ਪ੍ਰੋਟੋਕੋਲ ਦੇ ਨਾਲ ਜਾਂਦੀ ਆ ਆਉਂਦੀ ਆ, ਜਦੋਂ ਵੀ ਉਹਨੂੰ ਜ਼ਰੂਰਤ ਹੁੰਦੀ ਫੋਨ ਕਰਦੀ, ਗੱਡੀ ਆਉਂਦੀ ਆ ਪ੍ਰੋਟੋਕੋਲ ਦੇ ਨਾਲ ਉਹਨੂੰ ਲੈ ਕੇ ਜਾਂਦੀ ਆ। ਤੇ ਮੇਰੀ ਬੜੀ ਵੈਲਿਊ ਆ, ਇੱਜ਼ਤ ਬਣੀ ਆ, ਤੁਹਾਨੂੰ ਕੀ ਪਤਾ। ਲੇਕਿਨ ਮਾਂ ਫਿਰ ਚੁੱਪ ਕਰ ਜਾਂਦੀ ਆ ਜਿਸ ਵੇਲੇ ਉਹ ਨਹੀਂ ਸਮਝਦੀ ਹੈਗੀ। ਉਸ ਤੋਂ ਬਾਅਦ ਫਿਰ ਇਹ ਵਾਕਿਆ ਇਸ ਤਰ੍ਹਾਂ ਪੇਸ਼ ਆਇਆ ਕਿ 1 ਹਫ਼ਤਾ ਪਹਿਲਾਂ ਆਪਣੀ ਖਾਲਾਜ਼ਾਦ ਇੱਕ ਉਹਦੀ ਕਜ਼ਨ ਆ ਜਿਹਦਾ ਨਾਮ ਹੁੰਦਾ ਮਾਫੀਆ, ਉਹਨੂੰ ਮਿਲਣ ਵਾਸਤੇ ਜਾਂਦੀ ਆ। ਇਹ 1 ਹਫ਼ਤਾ ਪਹਿਲੋਂ ਦਾ ਵਾਕਿਆ। ਇਹ ਜਿਸ ਵੇਲੇ ਨਾਰੋਵਾਲ ਚੌਕ ਦੇ ਵਿੱਚ ਜਾਂਦੀ ਆ ਤਾਂ 2 ਮੋਟਰਸਾਈਕਲ ਸਵਾਰ ਜਿਹੜੇ ਆਂਦੇ ਨੇ ਤੇ ਇਹਨੂੰ ਫਾਇਰਿੰਗ ਕਰਕੇ ਮਾਰ ਦਿੰਦੇ ਨੇ। ਤੇ ਫਿਰ ਮੌਕੇ ਤੇ ਜਿਹੜੀ ਆ ਉਹ ਪੁਲਿਸ ਆ ਜਾਂਦੀ ਹੈ। ਇਹਨੂੰ ਸਿਟੀ ਥਾਣਾ ਮਰੀਦ ਕੇ ਲੱਗਦਾ, ਤੇ ਉਹ ਪੁਲਿਸ ਜਿਹੜੀ ਮੌਕੇ ਤੇ ਆ ਜਾਂਦੀ ਆ, ਆ ਕੇ
ਤੇ ਫਿਰ ਇਹਦੇ ਘਰ ਵਾਲਿਆਂ ਨੂੰ ਫੋਨ ਕਰਦੀ ਆ ਕਿ ਤੁਹਾਡੀ ਬੇਟੀ ਦਾ ਕਤਲ ਹੋ ਗਿਆ ਤੇ ਇਹਨੂੰ ਆ ਕੇ ਤੇ ਲੈ ਜਾਓ। ਇਸ ਤਰ੍ਹਾਂ ਹੋ ਗਿਆ, ਤੁਸੀਂ ਮੌਕੇ ਤੇ ਪਹੁੰਚ ਜਾਓ। ਇਹਦੀ ਭੈਣ ਸ਼ਮੈਲਾ ਜਿਹੜੀ ਰਾਵਲਪਿੰਡੀ ਦੇ ਵਿੱਚ ਰਹਿੰਦੀ ਆ, ਉਹ ਇਸ FIR ਦੀ ਮੁਦਈ ਬਣ ਗਈ ਔਰ 302 ਦਾ ਪਰਚਾ ਨਾਮਾਲੂਮ ਅਫਰਾਦ ਦੇ ਖਿਲਾਫ ਕੱਟ ਦਿੱਤਾ ਗਿਆ। ਤੇ ਜਿਸ ਵੇਲੇ ਸ਼ਮੈਲਾ ਨੂੰ ਪੁੱਛਿਆ, ਸ਼ਮੈਲਾ ਦੱਸਦੀ ਆ ਕਿ ਮੇਰੀ ਅੱਜ ਤੋਂ 2 ਹਫ਼ਤੇ ਪਹਿਲਾਂ ਇਹਦੇ ਨਾਲ WhatsApp ਤੇ ਕਾਲ ਤੇ ਗੱਲ ਹੋਈ ਸੀ। ਇਹ ਇੱਕ ਜਗ੍ਹਾ ਤੇ ਨਾਕਾ ਲਾ ਕੇ ਖੜੀ ਸੀ ਤੇ ਮੈਂ ਜਿਸ ਵੇਲੇ ਵੀਡੀਓ ਕਾਲ ਕੀਤੀ ਉਹਨੂੰ ਪੁੱਛਿਆ ਕਿ ਇਹ ਤੂੰ ਕੀ ਕਰ ਰਹੀ ਹੈ, ਹਰਕਤਾਂ ਤੇਰੀਆਂ ਠੀਕ ਨਹੀਂ ਹੈਗੀਆਂ। ਉਹ ਕਹਿੰਦੀ ਸੀ ਤੇਰੀ ਭੈਣ ਦਾ ਬੜਾ ਰੋਬ ਦਬਦਬਾ, ਮੈਂ ਨਾਕੇ ਤੇ ਖੜੀਆਂ, ਨਾਕਾ ਲਾ ਕੇ ਖੜੀਆਂ ਪੁਲਿਸ ਵਾਲਿਆਂ ਦੇ ਨਾਲ। ਤੇ ਉਹਦੀ ਭੈਣ ਨੇ ਉਦੋਂ ਮਨਾ ਕੀਤਾ ਵੀ ਇਹ ਹਰਕਤਾਂ ਠੀਕ ਨਹੀਂ ਹੈਗੀਆਂ, ਤੂੰ ਛੋੜ ਦੇ। ਤੇ ਉਸ ਤੋਂ ਬਾਅਦ WhatsApp ਕਾਲ ਫਿਰ ਬੰਦ ਹੋ ਜਾਂਦੀ ਆ। ਇਹਦੀ ਅੰਮੀ ਕੋਲੋਂ ਜਿਸ ਵੇਲੇ ਪੁੱਛਿਆ ਗਿਆ, ਉਹਦੀ ਅੰਮੀ ਨੇ ਕਿਹਾ ਕਿ ਕਾਸ਼ਫ ਨਾਮੀ ਕਾਂਸਟੇਬਲ ਇੱਕ ਦਫਾ ਮੇਰੇ ਕੋ ਆਇਆ ਤੇ ਮੈਨੂੰ ਆ ਕੇ ਕਹਿੰਦਾ, ਅੰਮੀ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਇੱਕ ਜਗ੍ਹਾ ਤੇ ਝੂਠੀ ਗਵਾਹੀ ਦੇਣੀ ਆ ਤੇ ਤੁਹਾਨੂੰ 50,000 ਰੁਪਇਆ ਮਿਲੇਗਾ ਤੇ ਤੁਸੀਂ ਉਹ ਗਵਾਹੀ ਦੇ ਦਿਓ ਤੇ ਮੈਂ ਤੁਹਾਨੂੰ 50,000 ਰੁਪਇਆ ਦੇਣਾ ਲੈ ਕੇ। ਤੇ ਉਹਦੀ ਵਾਲਦਾ ਨੇ ਕਿਹਾ, ਬੇਟਾ ਇਸ ਉਮਰ ਦੇ ਵਿੱਚ ਜਾ ਕੇ ਮੈਂ ਝੂਠੀ ਗਵਾਹੀ ਨਹੀਂ ਦੇ ਸਕਦੀ ਤੇ ਨਾ ਮੈਨੂੰ ਜ਼ਰੂਰਤ ਆ 50,000 ਰੁਪਏ ਦੀ। ਤੇ ਕਾਸ਼ਫ ਨਾਮੇ ਜਿਹੜਾ ਕਾਂਸਟੇਬਲ ਸੀ ਉਹ ਵਾਪਸ ਚਲਾ ਗਿਆ। ਉਸ ਤੋਂ ਬਾਅਦ ਨੈਲਾ ਜੱਟੀ ਦੀ ਜਿਹੜੀ ਵਾਲਦਾ ਹੈ ਅੰਬਰੀਨ, ਉਹ ਜਵਾਬ ਦਿੰਦੇ ਹੋਏ ਦੱਸਦੀ ਆ, ਜਿਸ ਵੇਲੇ ਉਹਦੇ ਕੋਲ ਸਵਾਲ ਕੀਤੇ ਜਾ ਰਹੇ ਸੀ, ਕਿ ਉਹ ਕਹਿੰਦੀ ਕਿ ਨੈਲਾ ਜਿਹੜੀ ਆ ਮੇਰੀ ਬੇਟੀ ਇੱਕ ਦਿਨ ਮੈਨੂੰ ਮਿਲਣੇ ਵਾਸਤੇ ਆਂਦੀ ਆ ਕੇ ਮੈਨੂੰ ਕਹਿੰਦੀ ਆ ਕਿ ਅੰਮੀ ਦੁਆ ਕਰ, ਮੇਰੇ ਉੱਤੇ ਇੱਕ ਔਲੀ ਆਈ ਹੋਈ ਆ, ਮੇਰੇ ਉੱਤੇ ਇੱਕ ਭਾਰੀ ਆਈ ਹੋਈ ਆ ਕਿ ਉਹ ਟਲ ਜਾਏ। ਤੇ ਉਹ ਕਹਿੰਦੀ ਕਾਸ਼ਫ ਜਿਹੜਾ ਉਹ ਮੈਨੂੰ ਬੜਾ ਤੰਗ ਕਰਦਾ, ਥ੍ਰੈਡ ਕਰਦਾ, ਮੈਨੂੰ ਕਹਿੰਦਾ ਕਿ ਤੂੰ ਕਿਸੇ ਦੇ ਹੋਰ ਦੇ ਨਾਲ ਨਾ ਤਾਲੁਕ ਕਾਇਮ ਕਰ, ਸਿਰਫ ਮੇਰੇ ਨਾਲ ਹੀ ਤਾਲੁਕ ਰੱਖ, ਵਰਨਾ ਮੈਂ ਤੈਨੂੰ ਮਰਵਾ ਦਿਆਂਗਾ ਔਰ ਉਸ ਦਾ ਪਤਾ ਵੀ ਨਹੀਂ ਲੱਗੇਗਾ ਕਿ ਕਿਹਨੇ ਮਰਵਾਇਆ। ਤੇ ਇਹ ਗੱਲਾਂ ਸਾਰੀਆਂ ਆ ਕੇ ਅੰਬਰੀਨ ਦੇ ਨਾਲ ਆਪਣੀ ਮਾਂ ਨਾਲ ਨੈਲਾ ਜੱਟੀ ਸ਼ੇਅਰ ਕਰਦੀ ਆ। ਤੇ ਅੱਗੋਂ ਉਹਦੀ ਅੰਮੀ ਕਹਿੰਦੀ ਆ ਕਿ ਬੇਟਾ ਤੂੰ ਇਹ ਕੰਮ ਛੱਡ ਦੇ, ਕੰਮ ਨਹੀਂ ਠੀਕ, ਪੁਲਿਸ ਦੀ ਯਾਰੀ ਔਰ ਦੁਸ਼ਮਣੀ ਦੋਨੋਂ ਠੀਕ ਨਹੀਂ ਹੈਗੀ ਤੇ ਤੂੰ ਆਜਾ ਚੁੱਪ ਕਰਕੇ। ਉਹ ਕਹਿੰਦੀ ਕਿ ਅੰਮੀ ਮੈਨੂੰ ਚੰਗੇ ਪੈਸੇ ਮਿਲਦੇ ਨੇ, ਠਾਠ ਬਾਠ ਨਾਲ ਮੈਂ ਜ਼ਿੰਦਗੀ ਗੁਜ਼ਾਰ ਰਹੀ ਹਾਂ। ਉਹ ਕਾਸ਼ਫ ਜਦੋਂ ਇਹਨੂੰ ਨਾਲ ਲੈ ਕੇ ਜਾਂਦਾ ਸੀ ਪੈਸੇ ਪੂਸੇ ਵੀ ਚੰਗੇ ਦੇ ਦਿੰਦਾ ਸੀ ਤੇ ਇਸ ਵਜ੍ਹਾ ਦੇ ਨਾਲ ਉਹ ਫਿਰ ਇਹ ਪਿੱਛੇ ਨਹੀਂ ਸੀ ਹਟਦੀ ਵੀ ਮੇਰਾ ਟਹਿਕਾ ਬਣਿਆ ਹੋਇਆ, ਬੜਾ ਰੋਬ ਦਬਦਬਾ। ਤੇ ਇਹਦੀ ਅੰਮੀ ਨੇ ਬੜਾ ਸਮਝਾਇਆ ਲੇਕਿਨ ਇਹ ਨਾ ਸਮਝੀ, ਫਿਰ ਇਹ ਚੁੱਪ ਕਰ ਗਈ। ਹਫ਼ਤਾ ਕੁ ਪਹਿਲਾਂ ਫਿਰ ਇਹ ਨਾਰੋਵਾਲ ਚੌਕ ਦੇ ਵਿੱਚ ਤੇ ਫਿਰ ਇਹਨੂੰ 2 ਮੋਟਰਸਾਈਕਲ ਸਵਾਰ ਆਏ ਨੇ ਤੇ ਉਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਇਹਦੀ FIR ਜਿਹੜੀ ਆ ਉਹ ਸ਼ਮੈਲਾ ਦੀ ਮੁਦਈਅਤ ਦੇ ਵਿੱਚ 2 ਨਾਮਾਲੂਮ ਅਫਰਾਦ ਦੇ ਖਿਲਾਫ ਦਰਜ ਹੋ ਗਈ। ਜਦੋਂ ਇਹ FIR ਕੇਸ ਦੇ ਮੁਤਲਕ ਇਹਦੇ ਵਾਲਿदैन ਕੋਈ ਸਵਾਲ ਕਰਦੇ ਆ, ਪੁਲਿਸ ਇਹਨਾਂ ਨੂੰ ਢਾਲ ਮਟੋਲ ਕਰ ਦਿੰਦੀ ਆ, ਕਹਿੰਦੀ ਕਿ ਹਜੇ ਕੋਈ ਤਹਿਕੀਕਾਤ ਸਾਹਮਣੇ ਨਹੀਂ ਆਈਆਂ। ਹਾਲਾਂਕਿ ਉਸ ਵਕਤ ਮੌਕੇ ਤੋਂ ਨੈਲਾ ਜੱਟੀ ਦਾ ਮੋਬਾਈਲ ਵੀ ਮਿਲਿਆ ਤੇ ਮੋਬਾਈਲ ਨੂੰ ਫਿਰ ਇਸ ਮਿਸਲ ਦਾ ਹਿੱਸਾ ਬਣਾਇਆ ਜਾਂਦਾ। ਅਗਰ ਪੁਲਿਸ ਸਹੀ ਸਿੱਧੀ ਨੀਅਤ ਦੇ ਨਾਲ ਤਹਿਕੀਕਾਤ ਕਰੇ ਪਈ ਇਹਨੂੰ ਕਿਹਨੇ ਮਾਰਿਆ, ਉਹ ਮੋਬਾਈਲ ਡਾਟਾ ਜਿੰਨਾ ਵੀ ਆ ਲੈ ਕੇ ਪਿਕਾਲਾਂ ਆਖਰੀ ਟਾਈਮ ਕਿਹਦੇ ਨਾਲ ਕੀਤੀਆਂ, ਕਿਵੇਂ ਹੋਈਆਂ, ਹਰ ਚੀਜ਼ ਵਾਜ਼ਿਆ ਹੋ ਸਕਦੀ ਆ। ਕਿਉਂਕਿ ਇਹਦੇ ਵਿੱਚ ਹੋ ਸਕਦਾ ਕਾਸ਼ਫ ਮੁਲਵਸ ਹੋਵੇ ਤੇ ਇਹਦੇ ਵਿੱਚ ਤੁਸੀਂ ਇੱਕ ਸਬੂਤ ਦੇ ਤੌਰ ਤੇ ਠੋਸ ਨਹੀਂ ਕਿਹਾ ਜਾ ਸਕਦਾ, ਉੱਤੇ ਸ਼ੱਕ ਕੀਤਾ ਜਾ ਸਕਦਾ, ਕਿਉਂਕਿ ਜਿਵੇਂ ਉਹਨੇ ਆਪਣੀ ਅੰਮੀ ਨੂੰ ਦੱਸਿਆ ਕਿ ਕਾਸ਼ਫ ਨੇ ਇਸ ਤਰ੍ਹਾਂ ਮੈਨੂੰ ਕਿਹਾ। ਤੇ ਇਹ ਹੁਣ ਮਜ਼ੀਦ ਤਹਿਕੀਕਾਤ ਕਰਕੇ ਇਹਦੀ ਮੁਕੰਮਲ ਤਫਸੀਲਾਤ ਜਿਹੜੀ ਆ ਪੁਲਿਸ ਹੀ ਦੱਸ ਸਕਦੀ ਆ ਕਿ ਆਇਆ ਇਸ ਟਿਕਟੋਕਰ ਨੈਲਾ ਜੱਟੀ ਯਾਨੀ ਜਿਹਦਾ ਅਸਲ ਨਾਮ ਸਮਾਵੀਆ ਹੁੰਦਾ, ਇਹਦਾ ਕਾਤਲ ਕੌਣ ਆ। ਇਹ ਵੱਲਾ ਆਲਮ ਅੱਲਾ ਹੀ ਬਿਹਤਰ ਜਾਣਦਾ, ਲੇਕਿਨ ਕਤਲ ਹਮੇਸ਼ਾ ਛੁਪਿਆ ਨਹੀਂ ਰਹਿ ਸਕਦਾ, ਕਦੀ ਨਾ ਕਦੀ ਤੇ ਉਹ ਜ਼ਾਹਰ ਹੋ ਹੀ ਜਾਂਦਾ, ਭਾਵੇਂ ਜੋ ਕੁਛ ਮਰਜ਼ੀ ਹੋਵੇ। ਅਸੀਂ ਕਈ ਸਾਲ ਬਾਅਦ ਵਾਕਿਆਤ ਵੀ ਵੇਖੇ ਨੇ ਕਿ ਉਹ ਕਤਲ ਜਿਹੜਾ ਜ਼ਾਹਰ ਹੋ ਜਾਂਦਾ ਕਈ ਸਾਲਾਂ ਬਾਅਦ। ਤੇ ਇਹ ਕਤਲ ਦੀ ਵੀ ਜਿਹੜੀ ਤਹਿਕੀਕਾਤ ਨੇ ਇੱਕ ਮੁਨਸਫਾਨਾ ਤੌਰ ਤੇ ਪੁਲਿਸ ਨੂੰ ਚਾਹੀਦਾ ਕਰਨ, ਜੋ ਵੀ ਕਾਤਲ ਆ ਉਹਨੂੰ ਮੰਜ਼ਰੇ ਆਮ ਤੇ ਲਿਆਉਣ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਤੇ ਰੱਖੇ। ਅੱਲਾਹ ਤਾਲਾ ਨੈਲਾ ਜੱਟੀ ਤੇ ਵੀ ਰਹਿਮਤਾਂ ਫਰਮਾਏ
ਤੇ ਉਹਦੇ ਘਰ ਵਾਲਿਆਂ ਨੂੰ ਸਬਰੇ ਜਮੀਲ ਅਤਾ ਫਰਮਾਏ। ਅਸਲਾਮੁ ਅਲੈਕੁਮ व रहमतुल्लाहि व बरकातुहू।